हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ ਮਾਸਟਰ ਕੇਡਰ ਹਿਸਟਰੀ ਭਾਗ 20 ਅਗਲਾ ਟੌਪਿਕ ਲੈ ਕੇ ਆਏ ਜੀ। ਇਹਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਕਬਰ ਦੇ ਕੰਮ ਅਤੇ ਜੋ ਵੀ ਉਸ ਦੇ ਦੁਆਰਾ ਸੁਧਾਰ ਅਤੇ ਜੋ ਵੀ ਪ੍ਰਣਾਲੀਆਂ ਚਲਾਈਆਂ ਗਈਆਂ ਸੀ। ਸੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਵੀਡੀਓ ਮਿਲਦੀਆਂ ਰਹਿਣ। ਤਾਂ ਸਟਾਰਟ ਕਰਦੇ ਹਾਂ ਜੀ ਭਾਗ 20। ਤਾਂ ਸਟਾਰਟ ਕਰਦੇ ਹਾਂ ਜੀ ਅਕਬਰ ਦੇ ਮਹੱਤਵਪੂਰਨ ਕੰਮ। ਅਕਬਰ ਦੁਆਰਾ ਕਿਹੜੇ ਮਹੱਤਵਪੂਰਨ ਕੰਮ ਕੀਤੇ ਗਏ ਸੀ ਆਪਣੇ ਰਾਜ ਦੇ ਦੌਰਾਨ। ਤਾਂ ਸਭ ਤੋਂ ਪਹਿਲਾਂ ਸੀਗਾ 1562 ਵਿੱਚ ਦਾਸ ਪ੍ਰਥਾ ਦਾ ਅੰਤ ਕੀਤਾ ਸੀ। ਤਾਂ ਇਹ ਵੀ ਕੀਤਾ ਸੀ ਅਕਬਰ ਨੇ। 1562 ਵਿੱਚ ਹੀ ਅਕਬਰ ਦੀ ਹਰਮਦਲ ਤੋਂ ਮੁਕਤੀ ਹੋ ਗਈ ਸੀ। ਤੀਸਰਾ ਪੁਆਇੰਟ ਹੈ 1563 ਤੀਰਥ ਯਾਤਰਾ ਕਰ ਦੀ ਸਮਾਪਤੀ ਕਰ ਦਿੱਤੀ ਸੀ ਅਕਬਰ ਨੇ। ਜੋ ਤੀਰਥ ਯਾਤਰਾ ਕਰਨ ਲਈ ਪਹਿਲਾਂ ਹੈ ਜੋ ਕਰ ਦਿੱਤਾ ਜਾਂਦਾ ਸੀ ਤਾਂ ਇਹ ਕਰ ਹਟਾ ਦਿੱਤਾ ਸੀਗਾ। ਇਸ 'ਤੇ ਪ੍ਰਸ਼ਨ ਪੁੱਛੇ ਜਾ ਸਕਦੇ ਹੈ ਇਹਨਾਂ ਕੰਮਾਂ ਦੇ ਉੱਤੇ ਕਿ ਇਹ ਜੋ ਦਾਸ ਪ੍ਰਥਾ ਦਾ ਅੰਤ ਕਿਸ ਨੇ ਅਤੇ ਕਦੋਂ ਕੀਤਾ ਸੀਗਾ। ਤਾਂ ਅਕਬਰ ਨੇ 1562 ਵਿੱਚ। ਇਸ ਪ੍ਰਕਾਰ ਹੈ ਜੋ ਪੁੱਛੇ ਜਾ ਸਕਦੇ ਹੈ। ਤੀਰਥ ਯਾਤਰਾ ਕਰ ਦੀ ਸਮਾਪਤੀ ਕਿਸ ਨੇ ਕੀਤੀ ਸੀ ਅਕਬਰ ਨੇ। ਕਿੰਨੇ ਵਿੱਚ ਕੀਤੀ ਸੀ 1563 ਦੇ ਵਿੱਚ। ਸਭ ਤੋਂ ਮਹੱਤਵਪੂਰਨ ਜਜ਼ੀਆ ਕਰ ਦੀ ਸਮਾਪਤੀ ਪੰਜਾਬ ਟੈਟ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ। ਜਜ਼ੀਆ ਕਰ ਦੀ ਸਮਾਪਤੀ ਹੈ ਜੋ 1564 ਵਿੱਚ ਕੀਤੀ ਸੀ। ਕਿਸ ਨੇ ਕੀਤੀ ਸੀ ਅਕਬਰ ਨੇ। ਪੰਜਵਾਂ ਪੁਆਇੰਟ ਹੈ 1575 ਵਿੱਚ ਇਬਾਦਤ ਖਾਨੇ ਦੀ ਸਥਾਪਨਾ ਕੀਤੀ ਸੀ ਅਕਬਰ ਨੇ। ਛੇਵਾਂ ਪੁਆਇੰਟ ਹੈ 1578 ਵਿੱਚ ਇਬਾਦਤ ਖਾਨੇ ਵਿੱਚ ਸਾਰੇ ਧਰਮਾਂ ਦੇ ਲੋਕ ਪ੍ਰਵੇਸ਼ ਕਰ ਸਕਦੇ ਨੇ। ਇਸ ਦੀ ਵੀ ਇਸਨੇ ਮਨਜ਼ੂਰੀ ਦੇ ਦਿੱਤੀ ਸੀਗੀ। 3 ਸਾਲਾਂ ਬਾਅਦ ਹੈ ਜੋ ਸਾਰੇ ਲੋਕਾਂ ਲਈ ਖੋਲ੍ਹਤਾ ਸੀਗਾ ਇਬਾਦਤ ਖਾਨਾ। ਅਗਲਾ ਪੁਆਇੰਟ ਹੈ 1579 ਵਿੱਚ ਮਜ਼ਹਰ ਦੀ ਘੋਸ਼ਣਾ। ਮਜ਼ਹਰ ਮਤਲਬ ਪੈਗੰਬਰ ਦੇ ਰੂਪ ਦੇ ਵਿੱਚ। ਅਤੇ ਇਹਦੀ ਘੋਸ਼ਣਾ ਕੀਤੀ ਸੀ ਇਹਨੇ 1579 ਦੇ ਵਿੱਚ। 1582 ਦੇ ਵਿੱਚ ਦੀਨ ਏ ਇਲਾਹੀ ਤੌਹੀਦ ਏ ਇਲਾਹੀ ਦੀ ਸਥਾਪਨਾ ਕੀਤੀ ਸੀ। 1583 ਵਿੱਚ ਇਲਾਹੀ ਸੰਮਤ ਕੈਲੰਡਰ ਦੀ ਸ਼ੁਰੂਆਤ ਹੈ ਜਿਹੜੀ ਉਹ ਅਕਬਰ ਨੇ ਕੀਤੀ ਸੀ। ਤਾਂ ਇਸ 'ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਇਲਾਹੀ ਸੰਮਤ ਕੈਲੰਡਰ ਦੀ ਸ਼ੁਰੂਆਤ ਕਿਹੜੇ ਰਾਜੇ ਨੇ ਕੀਤੀ ਸੀ। ਤਾਂ ਅਕਬਰ ਨੇ। ਕਦੋਂ ਕੀਤੀ ਸੀ 1583 ਦੇ ਵਿੱਚ। ਦਸਵਾਂ ਪੁਆਇੰਟ ਹੈ 1571 ਵਿੱਚ ਫਤਿਹਪੁਰ ਸੀਕਰੀ ਦੀ ਸਥਾਪਨਾ ਅਤੇ ਆਗਰੇ ਤੋਂ ਫਤਿਹਪੁਰ ਸੀਕਰੀ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਅਕਬਰ ਨੇ। ਇਸ 'ਤੇ ਪ੍ਰਸ਼ਨ ਪੁੱਛੇ ਜਾ ਸਕਦੇ ਹੈ ਕਿ ਆਗਰੇ ਤੋਂ ਫਤਿਹਪੁਰ ਸੀਕਰੀ ਨੂੰ ਰਾਜਧਾਨੀ ਹੈ ਜੋ ਕਿਸ ਨੇ ਬਣਾਇਆ ਸੀ, ਕਿਹੜੇ ਰਾਜੇ ਨੇ ਬਣਾਇਆ ਸੀ। ਅਕਬਰ ਨੇ। ਕਦੋਂ ਬਣਾਇਆ ਸੀ 1571 ਵਿੱਚ। ਫਤਿਹਪੁਰ ਸੀਕਰੀ ਦੀ ਸਥਾਪਨਾ ਵੀ ਜਿਹੜੀ ਅਕਬਰ ਨੇ ਕੀਤੀ ਸੀ। 11ਵਾਂ ਪੁਆਇੰਟ ਹੈ 1583 ਕੁਝ ਨਿਸ਼ਚਿਤ ਦਿਨਾਂ 'ਤੇ ਜਾਨਵਰਾਂ ਦੀ ਹੱਤਿਆ 'ਤੇ ਰੋਕ ਲਗਾ ਦਿੱਤੀ ਸੀ। ਇਹ ਵੀ ਹੈ ਜੋ ਅਕਬਰ ਦੁਆਰਾ ਲਗਾਈ ਗਈ ਸੀ। ਦਿਨ ਰੱਖੇ ਗਏ ਸੀ ਵੀ ਇਸ ਦਿਨਾਂ 'ਤੇ ਜਾਨਵਰਾਂ ਦੀ ਹੱਤਿਆ ਨਹੀਂ ਕੀਤੀ ਜਾਏਗੀ। ਤਾਂ ਇਹਦੀ ਟਾਈਮਿੰਗ 1583 ਸੀ। ਜਾਨਵਰਾਂ ਦੀ ਹੱਤਿਆ 'ਤੇ ਰੋਕ ਲਾਉਣ ਵਾਲਾ ਰਾਜਾ ਅਕਬਰ। ਇਹ ਵੀ ਤੁਸੀਂ ਯਾਦ ਰੱਖਣਾ। 1571 ਵਿੱਚ ਅਕਬਰ ਨੇ ਗੁਜਰਾਤ ਦੀ ਜਿੱਤ 'ਤੇ ਬੁਲੰਦ ਦਰਵਾਜ਼ਾ ਸੀ ਜਿਹੜਾ ਉਹ ਫਤਿਹਪੁਰ ਸੀਕਰੀ ਵਿੱਚ ਬਣਵਾਇਆ ਸੀ। ਤਾਂ ਬੁਲੰਦ ਦਰਵਾਜ਼ਾ ਕਿਸ ਨੇ ਬਣਾਇਆ ਸੀ। ਤਾਂ ਇਹ ਬਣਾਇਆ ਸੀਗਾ ਜੀ ਅਕਬਰ ਨੇ। ਗੁਜਰਾਤ ਦੀ ਜਿੱਤ ਤੋਂ ਬਾਅਦ ਕਿੱਥੇ ਬਣਾਇਆ ਸੀ ਫਤਿਹਪੁਰ ਸੀਕਰੀ ਦੇ ਵਿੱਚ। ਅੱਗੇ ਬੁਲੰਦ ਦਰਵਾਜ਼ੇ ਦੀ ਹਾਈਟ ਜਿਹੜੀ ਉਹ 54 ਮੀਟਰ ਸੀ। 15 ਸਟੋਰੀ ਜੋ ਵੀ ਉਸ ਸਮੇਂ ਇਹਨੂੰ ਕਿਹਾ ਜਾਂਦਾ ਸੀਗਾ। ਤਾਂ ਤੁਸੀਂ 54 ਮੀਟਰ ਰੱਖਣੀ ਹੈ ਇਹਦੀ ਹਾਈਟ ਸੀ ਜਿਹੜੀ ਬੁਲੰਦ ਦਰਵਾਜ਼ੇ ਦੀ। ਅੱਗੇ ਅਸੀਂ ਗੱਲ ਕਰਾਂਗੇ ਅਕਬਰ ਦੀ ਦੱਖਣ ਦੀ ਨੀਤੀ ਦੇ ਬਾਰੇ। ਦੱਖਣ ਦੀ ਜਿੱਤ ਦੇ ਅਭਿਆਨ ਵਿੱਚ ਅਕਬਰ ਨੇ ਖਾਨਦੇਸ਼ 1591, ਦੌਲਤਾਬਾਦ 1599, ਅਹਿਮਦਨਗਰ 1600 ਅਤੇ ਅਲੀਗੜ੍ਹ 1601 ਵਿੱਚ ਜਿੱਤਿਆ ਸੀਗਾ। ਇਹ ਅਕਬਰ ਦੀ ਦੱਖਣ ਦੀ ਨੀਤੀ ਨਾਮ ਨਾਲ ਜਾਣੇ ਜਾਂਦੇ ਆ। ਇਸ 'ਤੇ ਪੁੱਛਿਆ ਜਾ ਸਕਦਾ ਹੈ ਕਿ ਅਕਬਰ ਦੀ ਜੋ ਦੱਖਣ ਦੀ ਨੀਤੀ ਵਿੱਚ ਇਹਦੇ ਵਿੱਚ ਇਹਨੇ ਕਿਹੜੇ ਹੈ ਜੋ ਦੇਸ਼ ਜਿੱਤੇ ਸੀਗੇ। ਤਾਂ ਇਹਨਾਂ ਵਿੱਚੋਂ ਕਿਸੇ ਦੀ ਵੀ ਆਪਸ਼ਨ ਆ ਸਕਦੀ ਹੈ ਅਲੀਗੜ੍ਹ, ਅਹਿਮਦਨਗਰ, ਖਾਨਦੇਸ਼, ਦੌਲਤਾਬਾਦ। ਅੱਗੇ ਅਸੀਂ ਗੱਲ ਕਰਦੇ ਹਾਂ ਪ੍ਰਸਿੱਧ ਸੂਫੀ ਸੰਤ ਸ਼ੇਖ ਸਲੀਮ ਚਿਸ਼ਤੀ ਅਕਬਰ ਦੇ ਸਮਕਾਲੀ ਸਨ। ਅਕਬਰ ਨੇ ਆਪਣੇ ਪੁੱਤਰ ਦਾ ਨਾਂ ਸਲੀਮ ਇਸ ਸੂਫੀ ਸੰਤ ਕਰਕੇ ਹੀ ਰੱਖਿਆ ਸੀਗਾ।
ਤੋਂ ਪ੍ਰਸਿੱਧ ਜਿਹੜੇ ਸੂਫੀ ਸੰਤ ਹੋਏ ਨੇ ਸੰਤ ਸ਼ੇਖ ਸਲੀਮ ਚਿਸ਼ਤੀ, ਤਾਂ ਅਕਬਰ ਦੇ ਸਮਕਾਲੀ ਸੀ, ਤੁਸੀਂ ਯਾਦ ਰੱਖਣਾ। ਅੱਗੇ ਅਕਬਰ ਸਮੇਂ ਪ੍ਰਸਿੱਧ ਚਿੱਤਰਕਾਰ ਕਿਹੜੇ ਕਿਹੜੇ ਸੀ? ਅਬਦੁਲ ਸਮਦ ਦਸਵੰਤ ਤੇ ਬਮਾਵਨ ਅਕਬਰ ਦੇ ਹੈ ਜੋ ਅਬਦੁਲ ਸਮਦ ਨੂੰ ਮੀਰੀ ਦੀ ਕਲਮ ਦੀ ਉਪਾਧੀ ਵੀ ਹੈ ਜੋ ਅਕਬਰ ਨੇ ਦਿੱਤੀ ਸੀ, ਇਹ ਇਹਦੇ ਚਿੱਤਰਕਾਰ ਸੀਗੇ। ਮੁਹੰਮਦ ਹੁਸੈਨ ਕਸ਼ਮੀਰੀ ਨੂੰ ਹੈ ਜੋ ਜੜੀ ਕਲਮ ਦੀ ਉਪਾਧੀ ਅਕਬਰ ਨੇ ਦਿੱਤੀ ਸੀ। ਨਰਹਰੀ ਨੂੰ ਮਹਾਪਾਤਰ ਦੀ ਉਪਾਧੀ ਹੈ ਜਿਹੜੀ ਅਕਬਰ ਨੇ ਦਿੱਤੀ ਸੀ। ਅਕਬਰ ਨੇ ਜੈਨ ਧਰਮ ਦੇ ਮੁਖੀ ਹਰੀ ਵਿਜੇ ਸੂਰੀ ਨੂੰ ਜਗਤ ਗੁਰੂ ਦੀ ਉਪਾਧੀ ਦਿੱਤੀ ਅਤੇ ਅਨੁਵਾਦ ਵਿਭਾਗ ਦੀ ਸਥਾਪਨਾ ਹੋਈ, ਜਿਹਦੇ ਵਿੱਚ ਹੈ ਜੋ ਕਿਤਾਬਾਂ ਨੂੰ ਫਾਰਸੀ ਭਾਸ਼ਾ ਵਿੱਚ ਬਦਲਿਆ ਜਾਂਦਾ ਸੀਗਾ। ਅਕਬਰ ਨੇ ਜੋ ਮਹਾਭਾਰਤ ਜੈ ਸੰਹਿਤਾ ਦਾ ਅਨੁਵਾਦ ਫਾਰਸੀ ਭਾਸ਼ਾ ਵਿੱਚ ਰਮਜ਼ਨਾਮਾ ਨਾਮਕ ਪੁਸਤਕ ਵਿੱਚ ਬਦਾਜ਼ੂਨੀ ਅਤੇ ਨਕੀਬ ਖਾਨ ਦੁਆਰਾ ਕਰਵਾਇਆ ਸੀ। ਪੰਚਤੰਤਰ ਦਾ ਅਨੁਵਾਦ ਫਾਰਸੀ ਵਿੱਚ ਅਵਲ ਫਜ਼ਲ ਨੇ ਅਨਵਾਰ ਏ ਸੁਹੈਲੀ ਵਿੱਚ ਕੀਤਾ ਸੀਗਾ। ਅੱਗੇ ਅਸੀਂ ਗੱਲ ਕਰਾਂਗੇ ਅਕਬਰ ਹੈ ਜਿਹੜਾ ਉਹ ਨਗਾਰਾ ਜਾਂ ਫਿਰ ਨਗਾੜਾ ਨਾਮਕ ਯੰਤਰ ਵਜਾਉਂਦਾ ਸੀਗਾ। ਮਨਸਬਦਾਰੀ ਪ੍ਰਥਾ ਅਕਬਰ ਦੁਆਰਾ ਚਲਾਈ ਗਈ ਸੀ। ਇਹ ਇੱਕ ਸ਼ਾਸਨ ਪ੍ਰਣਾਲੀ ਸੀ। ਮਨਸਬ ਤੋਂ ਭਾਵ ਹੈ ਜਿਹੜਾ ਉਹ ਅਹੁਦਾ ਹੁੰਦਾ ਸੀ। ਬੈਰਮ ਖਾਂ ਦੀ ਹੱਤਿਆ ਮੱਖਾ ਤੀਰਥ ਦੇ ਜਾਂਦੇ ਸਮੇਂ ਹੈ ਜੋ ਪਾਟਨ ਨਾਂ ਦੇ ਸਥਾਨ 'ਤੇ ਮੁਬਾਰਕ ਖਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ। ਸੰਗੀਤਕਾਰ ਇਸ ਸਮੇਂ ਸੀਗੇ ਤਾਨਸੇਨ, ਬਾਜ ਬਹਾਦਰ, ਬਾਬਾ ਰਾਮਦਾਸ ਅਤੇ ਬੈਜੂ ਬਾਬਰਾ ਅਕਬਰ ਦੇ ਸਮੇਂ ਮਹਾਨ ਸੰਗੀਤਕਾਰ ਹੋਏ ਸੀਗੇ। ਅਗਲੇ ਪੁਆਇੰਟ ਦੀ ਅਸੀਂ ਗੱਲ ਕਰਦੇ ਹਾਂ। ਅਕਬਰ ਦੇ ਸ਼ਾਸਨ ਕਾਲ ਨੂੰ ਹਿੰਦੀ ਸਾਹਿਤ ਦਾ ਸੁਨਹਿਰੀ ਯੁੱਗ ਯਾਨੀ ਕਿ ਸਵਰਨ ਕਾਲ ਕਿਹਾ ਗਿਆ ਹੈ। ਅੱਗੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ 31 ਦਸੰਬਰ 1600, ਮਹਾਰਾਣੀ ਐਲਿਜ਼ਾਬੈਥ 1558 ਤੋਂ 1603 ਇੰਗਲੈਂਡ ਵਿੱਚ ਪ੍ਰਵਾਨਗੀ ਅਧਿਕਾਰ ਪੱਤਰ ਦਿੱਤਾ ਸੀਗਾ। ਤਾਂ ਉਸ ਸਮੇਂ ਭਾਰਤ ਵਿੱਚ ਅਕਬਰ ਦਾ ਰਾਜ ਸੀਗਾ। ਜਹਾਂਗੀਰ ਨੇ ਹੈ ਜੋ ਈਸਟ ਇੰਡੀਆ ਕੰਪਨੀ ਨੂੰ ਆਪਣਾ ਕਾਰਖਾਨਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਹ 'ਤੇ ਪ੍ਰਸ਼ਨ ਹੀ ਪੁੱਛਿਆ ਜਾ ਸਕਦਾ ਹੈ। ਤਾਂ ਹੈ ਜੋ ਇੰਗਲੈਂਡ ਵਿੱਚ ਪ੍ਰਵਾਨਗੀ ਜਾਂ ਅਧਿਕਾਰ ਪੱਤਰ ਦਿੱਤਾ ਸੀਗਾ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਲਈ ਮਹਾਰਾਣੀ ਐਲਿਜ਼ਾਬੈਥ ਨੇ। ਤਾਂ ਉਸ ਸਮੇਂ ਭਾਰਤ ਵਿੱਚ ਅਕਬਰ ਦਾ ਰਾਜ ਸੀਗਾ। ਅਕਬਰ ਸਮੇਂ ਈਰਾਨ ਦਾ ਸ਼ਾਸਕ ਸ਼ਾਹ ਅਬਾਸ 1588 ਤੋਂ 1629 ਸੀਗਾ। ਅੱਗੇ ਅਸੀਂ ਗੱਲ ਕਰ ਦਾਂਗੇ ਇਮਾਰਤਾਂ ਦੀ ਜੋ ਅਕਬਰ ਦੁਆਰਾ ਬਣਵਾਈਆਂ ਗਈਆਂ ਸੀ। ਪਹਿਲਾ ਹਮਾਯੂ ਦਾ ਮਕਬਰਾ ਜੋ ਦਿੱਲੀ ਵਿੱਚ ਹੈ, ਅਕਬਰ ਦੁਆਰਾ ਬਣਾਇਆ ਗਿਆ ਪਹਿਲਾ ਸਮਾਰਕ ਸੀਗਾ। ਆਗਰੇ ਦਾ ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਵਿੱਚ ਸ਼ਾਹੀ ਮਹਿਲ ਹੈ ਜੋ ਅਕਬਰ ਦੁਆਰਾ ਬਣਾਇਆ ਗਿਆ ਸੀ। ਇਹਨਾਂ 'ਤੇ ਤੁਹਾਨੂੰ ਹੈ ਜੋ ਪ੍ਰਸ਼ਨ ਪੁੱਛੇ ਜਾ ਸਕਦੇ ਹੈ। ਚੌਥਾ ਪੁਆਇੰਟ ਹੈ ਦੀਵਾਨ-ਏ ਖਾਸ, ਇਹ ਵੀ ਆਗਰੇ ਵਿੱਚ ਬਣਾਇਆ ਗਿਆ। ਪੰਚ ਮਹਿਲ, ਬੁਲੰਦ ਦਰਵਾਜ਼ਾ, ਜੋਧਾਬਾਈ ਦਾ ਮਹਿਲ, ਇਬਾਦਤ ਖਾਨਾ, ਇਲਾਹਾਬਾਦ ਦਾ ਕਿਲ੍ਹਾ, ਲਾਹੌਰ ਦਾ ਕਿਲ੍ਹਾ, ਇਹ ਸਾਰੀਆਂ ਇਮਾਰਤਾਂ ਸੀ ਜਿਹੜੀਆਂ ਅਕਬਰ ਦੁਆਰਾ ਬਣਵਾਈਆਂ ਗਈਆਂ ਸੀ। ਚਾਰ ਬਾਗ ਬਣਾਉਣ ਦੀ ਪਰੰਪਰਾ ਸੀ ਜਿਹੜੀ ਉਹ ਅਕਬਰ ਸਮੇਂ ਸ਼ੁਰੂ ਹੋਈ ਸੀ। ਸੋ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਚਾਰ ਬਾਗ ਬਣਾਉਣ ਦੀ ਪਰੰਪਰਾ ਕਿਸ ਰਾਜੇ ਸਮੇਂ ਸ਼ੁਰੂ ਹੋਈ ਸੀ? ਤਾਂ ਅਕਬਰ ਸਮੇਂ। ਅੱਗੇ ਇਸ ਦੀ ਮੌਤ 16 ਅਕਤੂਬਰ 1605 ਅਕਬਰ ਦੀ ਮੌਤ ਹੋਈ ਸੀ। ਇਸ ਨੂੰ ਆਗਰੇ ਦੇ ਨੇੜੇ ਸਿਕੰਦਰਾਬਾਦ ਵਿੱਚ ਦਫਨਾਇਆ ਗਿਆ ਸੀ। ਜਹਾਂਗੀਰ ਨੇ ਅਕਬਰ ਦੇ ਮਕਬਰੇ ਦਾ ਨਿਰਮਾਣ ਸਿਕੰਦਰਾਬਾਦ ਵਿੱਚ ਕਰਵਾਇਆ ਸੀ। ਤਾਂ ਇਹ ਜੀ ਅਕਬਰ ਦੀ ਜੋ ਬਾਕੀ ਕੰਮ ਰਹਿੰਦੇ ਸੀ ਅਤੇ ਹੋਰ ਜਾਣਕਾਰੀ ਸੀ, ਉਹਦੀਆਂ ਇਮਾਰਤਾਂ ਸੀ, ਇਸ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਇਸ ਭਾਗ ਵਿੱਚ ਪ੍ਰੋਵਾਈਡ ਕੀਤੀ ਹੈ। ਅੱਗੇ ਜਹਾਂਗੀਰ ਬਾਰੇ ਸਟੈਪ ਬਾਏ ਸਟੈਪ ਜੋ ਵੀ ਰਾਜੇ ਆਉਣਗੇ ਇਹਦੇ ਬਾਰੇ ਤੁਹਾਨੂੰ ਸ਼ਾਰਟਕਟ ਵਿੱਚ ਜਾਣਕਾਰੀ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ, ਤਾਂ ਤੁਹਾਨੂੰ ਅਤੇ ਹੋਰ ਸਾਰੇ ਕੈਂਡੀਡੇਟ ਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ। ਬਿਲਕੁਲ ਸ਼ੋਰਟ ਦੇ ਵਿੱਚ ਅਤੇ ਇੰਪੋਰਟੈਂਟ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਧੰਨਵਾਦ ਜੀ।